प्यारे बच्चों, वेलकम टू द क्लास 7th रेजिलेंस प्रोग्राम शीट 1। सो डे 1 ਦਾ ਜਿਹੜਾ ਆਪਣਾ ਕੰਮ ਹੈ ਆਪਾਂ ਸ਼ੁਰੂ ਕਰਨ ਲੱਗੇ ਹਾਂ। ਐਕਟੀਵਿਟੀ ਨੂੰ ਪੜ੍ਹਦੇ ਹਾਂ ਧਿਆਨ ਨਾਲ ਕਿ ਕੀ ਹੈ। ਤੁਸੀਂ ਕਿਹੜੀ ਜਮਾਤ ਵਿੱਚ ਪੜ੍ਹਦੇ ਹੋ ਇਸ ਨੂੰ ਰੋਮਨ ਅੰਕ ਪ੍ਰਣਾਲੀ ਵਿੱਚ ਲਿਖੋ। ਇਨ ਵਿਚ ਕਲਾਸ ਡੂ ਯੂ ਸਟੱਡੀ, ਰਾਈਟ ਇਟ ਇਨ ਰੋਮਨ ਨੰਬਰ ਸਿਸਟਮ। ਸੋ ਹੁਣ ਆਪਾਂ ਗੱਲ ਕਰਨੀ ਹੈ ਜੀ ਰੋਮਨ ਅੰਕ ਪ੍ਰਣਾਲੀ ਦੀ। ਤੁਹਾਨੂੰ ਆਲਰੇਡੀ ਪਤਾ ਹੋਏਗਾ, ਪਿਛਲੀਆਂ ਕਲਾਸਿਸ ਦੇ ਵਿੱਚ ਤੁਸੀਂ ਪੜ੍ਹਿਆ ਹੋਏਗਾ ਕਿ ਰੋਮਨ ਅੰਕ ਪ੍ਰਣਾਲੀ ਰੋਮਨ ਨੰਬਰ ਸਿਸਟਮ ਕੀ ਹੁੰਦਾ ਹੈ, ਇਸ ਵਿੱਚ ਅੰਕਾਂ ਨੂੰ ਕਿਵੇਂ ਲਿਖਿਆ ਜਾਂਦਾ ਹੈ। ਠੀਕ ਹੈ, ਸੋ ਮੈਂ ਤੁਹਾਨੂੰ ਥੋੜੀ ਜਿਹੀ ਬਰੀਫ ਇੰਟਰੋਡਕਸ਼ਨ ਦਿੰਨੀ ਆ। ਜਿਵੇਂ ਆਪਣੀ ਗਿਣਤੀ ਦੇ ਵਿੱਚ 1 2 3 4 5 6 ਇਦਾਂ ਆਪਾਂ ਅੰਕ ਲਿਖਦੇ ਹਾਂ, ਰਾਈਟ ਹੈ ਨਾ। ਇਹ ਆਪਣੇ ਹੁੰਦੇ ਨੇ ਅੰਕ। ਉਦਾਂ ਹੀ ਰੋਮਨ ਨਿਊਮਰੇਸ਼ਨ ਦੇ ਵਿੱਚ ਕੀ ਹੁੰਦੇ ਨੇ, ਲੈਟਰਸ ਹੁੰਦੇ ਨੇ। ਕੀ ਹੁੰਦੇ ਨੇ, ਲੈਟਰਸ। ਕਿਹੜੇ ਕਿਹੜੇ ਹੁੰਦੇ ਨੇ, I V X L C D M। ਇੱਥੋਂ ਤੱਕ ਕਾਫੀ ਹੈ। ਠੀਕ ਹੈ ਬੇਟਾ। ਸੋ ਇਹਨਾਂ ਦਾ ਮਤਲਬ ਕੀ ਹੁੰਦਾ ਰੋਮਨ ਦੇ ਵਿੱਚ, ਰੋਮਨ ਦੇ ਵਿੱਚ ਤਾਂ ਲੈਟਰਸ ਹੋ ਗਏ, ਬਟ ਇਹ ਆਪਣੀ ਗਿਣਤੀ ਦੇ ਵਿੱਚ ਕਿਹਨੂੰ ਰਿਪਰੈਜ਼ੈਂਟ ਕਰਦੇ ਆ। I ਮੀਨਸ 1 1, V ਮੀਨਸ 5, ਠੀਕ ਹੈ। X means 10, L means 50, C means 100, D means 500, M means 1000। ਠੀਕ ਹੈ ਪੁੱਤਰ। ਸੋ ਇਹਨਾਂ ਜਿਹੜੇ ਲੈਟਰਸ ਦਾ ਮਤਲਬ ਆਪਣੀ ਗਿਣਤੀ ਦੇ ਵਿੱਚ ਇਹਨਾਂ ਦੀ ਵੈਲਿਊ ਇੰਨੀ ਹੁੰਦੀ ਹੈ। ਠੀਕ ਹੈ। ਸੋ ਹੁਣ ਤੁਹਾਨੂੰ ਇਹ ਦੇਖਣਾ ਵੀ ਤੁਸੀਂ ਕਿੰਨੇ ਜਿਹੜੇ ਹੈਗੇ ਨੇ ਕਿਹੜੇ ਲੈਟਰ ਨੂੰ ਕਿੰਨੀ ਵਾਰ ਰਿਪੀਟ ਕਰ ਸਕਦੇ ਹੋ। ਸੋ ਤੁਸੀਂ 10 ਦੀ ਕਿਸੇ ਵੀ ਪਾਰ ਨੂੰ, ਮਤਲਬ 10 raised to power 0 is 1, I 10 raised to power 1 is 10, 10 raised to power 2 is 100, 10 raised to power 3 is 1000। ਸੋ ਤੁਸੀਂ ਇਹਨਾਂ ਪਾਰਟਸ ਨੂੰ ਕਿੰਨੀ ਵਾਰੀ ਰਿਪੀਟ ਕਰ ਸਕਦੇ ਹੋ, 3 ਟਾਈਮਸ। ਠੀਕ ਹੈ, ਕਿੰਨੀ ਵਾਰ ਰਿਪੀਟ ਕਰ ਸਕਦੇ ਹੋ, 3 ਟਾਈਮਸ। ਸਪੋਜ਼ I if I want to write I ਜਾਂ 3, ਸੋ ਮੈਂ I ਨੂੰ ਕਿੰਨੀ ਵਾਰ ਲਿਖ ਸਕਦੀ ਹਾਂ ਟੂਗੈਦਰ, 3 ਟਾਈਮਸ। 3 ਤੋਂ ਜ਼ਿਆਦਾ ਟਾਈਮ ਨਹੀਂ ਲਿਖ ਸਕਦੀ। ਠੀਕ ਹੈ ਬੇਟਾ। ਸੋ ਸੇਮ ਇਜ਼ ਵਿਦ X ਐਂਡ ਸੇਮ ਇਜ਼ ਵਿਦ C। ਓਕੇ, ਫਾਰਵਰਡ ਮੈਂ ਇਹਨਾਂ ਨੂੰ ਰਿਪੀਟ ਕਿੰਨੇ ਟਾਈਮ ਕਰ ਸਕਦੀ ਹਾਂ, 3 ਟਾਈਮਸ। ਐਂਡ ਅਗਰ ਮੈਂ ਘਟਾਣਾ ਹੈ ਇੰਨਾ ਹੀ ਪਾਰਟਸ ਨੂੰ, ਘਟਾਣਾ ਕਿੱਥੋਂ ਹੈ, ਘਟਾਣਾ ਹੈ ਤੁਸੀਂ if suppose if you want to write 90, if you want to write 90 ਹੈ ਨਾ, 90। ਸੋ 90 ਆਪਾਂ ਇਹਨੂੰ 100 ਚੋਂ ਘਟਾਣਾ ਪੈ ਗਿਆ ਨਾ ਆਪਾਂ ਨੂੰ 10, 100 ਮਾਈਨਸ 10 ਹੈ ਨਾ। ਸੋ ਜਦੋਂ ਘਟਾਣਾ ਹੈ ਤਾਂ ਤੁਸੀਂ ਉਦੋਂ ਇਹਨੂੰ ਬੈਕਵਰਡ ਦੇ ਵਿੱਚ ਸਿਰਫ ਕਿੰਨੇ ਟਾਈਮ ਘਟਾ ਸਕਦੇ ਹੋ, ਮਤਲਬ ਕਿ ਕਿਸੇ ਅੱਖਰ ਦੇ ਪਿੱਛੇ ਕਿੰਨੇ ਟਾਈਮਸ ਲਿਖ ਸਕਦੇ ਹੋ। I X ਐਂਡ C ਨੂੰ, M ਨੂੰ, ਇਹਨਾਂ ਨੂੰ ਕਿੰਨੇ ਟਾਈਮ ਲਿਖ ਸਕਦੇ ਹੋ, ਓਨਲੀ 1 ਟਾਈਮ। ਕਿਸੇ ਵੀ ਇਹਨਾਂ ਚੋਂ ਕਿਸੇ ਵੀ ਲੈਟਰ ਦੇ ਪਿੱਛੇ ਇਹਨਾਂ ਲੈਟਰਸ ਨੂੰ I X C M ਨੂੰ ਕਿੰਨੇ ਟਾਈਮ ਲਿਖ ਸਕਦੇ ਹੋ, ਸਿਰਫ 1 ਟਾਈਮ, ਇੱਕ ਵਾਰ, 2 ਵਾਰ ਨਹੀਂ ਲਿਖ ਸਕਦੇ, ਇੱਦਾਂ ਇਹ ਗਲਤ ਹੈ। ਠੀਕ ਹੈ ਬੇਟਾ। ਸੋ ਇਟ ਮੀਨਸ ਕਿ ਜੇ ਆਪਾਂ ਫਾਰਵਰਡ ਲਿਖ ਰਹੇ ਹਾਂ ਇਹਨਾਂ ਨੂੰ, ਐਡੀਸ਼ਨ ਦੇ ਵਿੱਚ ਲਿਖ ਰਹੇ ਹਾਂ ਤਾਂ 3 ਵਾਰ ਲਿਖ ਸਕਦੇ ਹਾਂ, ਬਟ ਅਗਰ ਮਾਈਨਸ 'ਚ ਲਿਖ ਰਹੇ ਹਾਂ ਤਾਂ ਸਿਰਫ ਕਿੰਨੇ ਵਾਰ ਘਟਾ ਸਕਦੇ ਹਾਂ, 1 ਟਾਈਮ। ਚਲੋ ਥੋੜੀ ਜਿਹੀ ਕਨਫਿਊਜ਼ਨ ਹੋ ਗਈ, ਇਹਨੂੰ ਮੈਂ ਕਲੀਅਰ ਕਰਦੀ ਹਾਂ। ਸਪੋਜ਼ ਆਪਾਂ ਕਿਸੇ ਵੀ ਨੰਬਰ ਨੂੰ ਲਿਖਣਾ ਹੈ ਰੋਮਨ ਦੇ ਵਿੱਚ। ਚਲੋ ਪਹਿਲਾ ਪ੍ਰਸ਼ਨ ਹੈ ਆਪਣਾ ਕਿ ਆਪਾਂ ਕਿਹੜੀ ਜਮਾਤ ਵਿੱਚ, ਕਿਹੜੀ ਕਲਾਸ ਵਿੱਚ ਹੈ, 7th 'ਚ ਹੈ ਨਾ। ਸੋ ਤੁਸੀਂ 7 ਨੂੰ ਬ੍ਰੇਕ ਕਰਨਾ ਹੈ ਸਿਰਫ ਤੇ ਸਿਰਫ ਇਹਨਾਂ ਨੰਬਰਸ ਦੇ ਵਿੱਚ। ਦੇਖੋ 7 ਕਿਹਦੇ ਨੇੜੇ ਹੈ, 10 ਦੇ ਨਜ਼ਦੀਕ ਆ, ਠੀਕ ਹੈ, 5 ਦੇ ਵੀ ਨਜ਼ਦੀਕ ਆ। ਸੋ 5 ਦੇ ਜ਼ਿਆਦਾ ਨਜ਼ਦੀਕ ਆ, ਸੋ ਆਪਾਂ ਲਿਖਾਂਗੇ 5 ਪਲੱਸ 2 ਨਹੀਂ ਲਿਖਣਾ, ਕਿਉਂ, ਕਿਉਂਕਿ 2 ਆਪਾਂ ਨੂੰ ਅਲਾਉਡ ਨਹੀਂ ਆ। ਸੋ 2 ਨੂੰ ਆਪਾਂ ਕਿਵੇਂ ਲਿਖ ਸਕਦੇ ਹਾਂ, 1 ਪਲੱਸ 1, ਫਿਰ 2 ਨੂੰ ਫਿਰ ਬ੍ਰੇਕ ਕਰ ਦਿਓ, 1 ਪਲੱਸ 1। ਸੋ 7 ਨੂੰ ਆਪਾਂ ਕਿਵੇਂ ਲਿਖਣਾ ਹੈ, 5 ਪਲੱਸ 1 ਪਲੱਸ 1। ਇਟ ਮੀਨਸ 5 ਨੂੰ ਕੌਣ ਰਿਪਰਜੈਂਟ ਕਰਦਾ ਬੇਟਾ, V। ਆ 1 ਨੂੰ ਕੌਣ ਰਿਪਰਜੈਂਟ ਕਰਦਾ, I,
ਤੇ ਇਸ 1 ਨੂੰ ਵੀ ਕੌਣ ਰਿਪ੍ਰੈਜ਼ੈਂਟ ਕਰੇਗਾ I। ਸੋ ਆਪਾਂ ਤੁਹਾਡੀ ਕਲਾਸ ਨੂੰ ਕਿਵੇਂ ਲਿਖਾਂਗੇ ਰੋਮਨ ਅੰਕਾਂ ਦੇ ਵਿੱਚ VII। ਕਲੀਅਰ ਹੋ ਗਿਆ? ਸੋ ਇੱਕ ਆਪਾਂ ਹੋਰ ਕਰ ਲੈਂਦੇ ਹਾਂ। ਸਪੋਜ਼ ਅਗਰ ਆਪਾਂ 9 ਲਿਖਣਾ 9, ਦੇਖੋ 9 ਲਿਖਣਾ ਸੋ 9 ਕਿਹਦੇ ਨਜ਼ਦੀਕ ਹੈ? 5 ਦੇ ਵੀ ਤੇ 10 ਦੇ ਵੀ, ਬਟ ਜ਼ਿਆਦਾ ਨਜ਼ਦੀਕ ਕਿਹਦੇ ਹੈ? 10 ਦੇ। ਸੋ ਆਪਾਂ 10 ਦੇ ਵਿੱਚੋਂ 10 ਦੇ ਨਾਲ ਲਿਖਾਂਗੇ ਇਹਨੂੰ। 10 ਵਿੱਚੋਂ ਕੀ ਘਟਾਉਣਾ ਹੈ? -1। 10 ਵਿੱਚੋਂ ਕੀ ਘਟਾਉਣਾ ਹੈ? -1। ਸੋ 10 ਦੇ ਲਈ ਕੀ ਆਪਾਂ ਰਿਪ੍ਰੈਜ਼ੈਂਟ ਕਰ ਰਹੇ ਹਾਂ? 10 ਨੂੰ ਕੌਣ ਰਿਪ੍ਰੈਜ਼ੈਂਟ ਕਰਦਾ ਹੈ? X। ਜਦੋਂ ਵੀ ਮੈਂ ਤੁਹਾਨੂੰ ਕਿਹਾ ਸੀ ਮਾਈਨਸ 'ਚ ਲਿਖਣਾ ਹੋਏ ਤੇ ਆਪਾਂ ਅੰਕ ਮਤਲਬ ਲੈਟਰ ਅੱਗੇ ਨਹੀਂ ਲਿਖਾਂਗੇ, ਉਸ ਲੈਟਰ ਦੇ ਪਿੱਛੇ ਲਿਖਾਂਗੇ। ਤਾਂ 1 1 ਨੂੰ ਕੌਣ ਰਿਪ੍ਰੈਜ਼ੈਂਟ ਕਰਦਾ ਹੈ? I। ਸੋ ਆਪਾਂ I ਕਿੱਥੇ ਲਿਖਾਂਗੇ? X ਦੇ ਪਿੱਛੇ ਲਿਖਾਂਗੇ। ਠੀਕ ਹੈ ਬੇਟਾ? ਕਲੀਅਰ ਹੈ? ਸੋ ਹੁਣ ਤੁਹਾਨੂੰ ਹੋਰ ਐਗਜ਼ਾਮਪਲਸ ਕਰਦੇ ਹਾਂ ਆਪਾਂ, ਫਿਰ ਤੁਹਾਨੂੰ ਈਜ਼ੀ ਮਤਲਬ ਸਹੀ ਸਮਝ ਆ ਜਾਏਗਾ। ਠੀਕ ਹੈ? ਤੁਸੀਂ ਇਹ ਯਾਦ ਰੱਖਣਾ ਹੈ ਵੀ ਸਿਰਫ ਆਪਾਂ ਇਹਨਾਂ ਜਿਹੜੇ ਹੈਗੇ ਆ ਅੰਕਾਂ ਦੇ ਵਿੱਚ ਹੀ ਬ੍ਰੇਕ ਕਰ ਸਕਦੇ ਹਾਂ। ਠੀਕ ਹੈ? ਸੋ ਨੈਕਸਟ ਤੁਸੀਂ ਕੁਝ ਕੁ ਐਗਜ਼ਾਮਪਲਸ ਦੇਣੀਆਂ ਡੇਲੀ ਲਾਈਫ ਤੋਂ, ਕੁਝ ਕੁ ਉਦਾਹਰਨਾਂ ਦੇਣੀਆਂ ਵੀ ਆਲੇ ਦੁਆਲੇ ਦੇ ਵਿੱਚ ਆਪਾਂ ਰੋਮਨ ਅੰਕ ਪ੍ਰਣਾਲੀ ਦੀ ਵਰਤੋਂ ਕਿੱਥੇ ਕਰਦੇ ਹਾਂ। ਘੜੀ ਤੁਸੀਂ ਦੇਖੀ ਹੋਏਗੀ, ਘੜੀ ਦੇ ਵਿੱਚ ਰੋਮਨ ਅੰਕ ਪ੍ਰਣਾਲੀ ਦੀ ਵਰਤੋਂ ਕੀਤੀ ਜਾਂਦੀ ਹੈ। ਬੁੱਕਸ ਦੇ ਜਿਹੜੇ ਅਗਲੇ ਪ੍ਰੀਲਿਮ ਪੇਜਸ ਹੁੰਦੇ ਨੇ, ਸਟਾਰਟਿੰਗ ਪੇਜਸ ਹੁੰਦੇ ਨੇ, ਇੰਟਰੋਡਕਟਰੀ ਪੇਜਸ, ਉੱਥੇ ਕਿਹਦੀ ਵਰਤੋਂ ਹੁੰਦੀ ਹੈ? ਉੱਥੇ ਜਿਹੜੇ ਪੇਜਸ ਆ ਉਹਨਾਂ ਦੀ ਗਿਣਤੀ ਜਿਹੜੀ ਹੈਗੀ 1 2 ਨਹੀਂ ਲਿਖੀ ਜਾਂਦੀ, ਉੱਥੇ ਕਿੱਦਾਂ ਲਿਖੀ ਜਾਂਦੀ ਆ? 1 2। ਰੋਮਨ ਅੰਕ ਪ੍ਰਣਾਲੀ ਕੁਝ ਕੁ ਪੇਜਸ ਹੁੰਦੇ ਨੇ ਇੰਟਰੋਡਕਟਰੀ, ਉੱਥੇ ਜਿਹੜੀ ਗਿਣਤੀ ਆ ਉਹ ਪੇਜਾਂ ਦੀ ਉਹ ਇੱਦਾਂ ਚੱਲਦੀ। ਠੀਕ ਹੈ? ਤੁਸੀਂ ਕਿਸੇ ਵੀ ਬੁੱਕ ਦੇ ਵਿੱਚ ਇਹਨੂੰ ਦੇਖ ਸਕਦੇ ਹੋ। ਓਕੇ ਬੇਟਾ? ਸੋ ਨੈਕਸਟ ਆਪਾਂ ਡੇ 2 ਦੇ ਕੰਮ ਦੇ ਉੱਤੇ ਚੱਲਦੇ ਹਾਂ। ਆਪਣੀ ਜਮਾਤ ਵਿੱਚ ਵਿਦਿਆਰਥੀਆਂ ਦੀ ਸੰਖਿਆ ਨੂੰ ਹਾਊ ਮੈਨੀ ਸਟੂਡੈਂਟਸ ਆਰ ਦੇਅਰ ਇਨ ਯੋਰ ਕਲਾਸ, ਰਾਈਟ ਇਨ ਰੋਮਨ ਨੰਬਰ ਸਿਸਟਮ। ਸੋ ਸਪੋਜ਼ ਆਪਣੀ ਕਲਾਸ ਦੇ ਵਿੱਚ 38 ਸਟੂਡੈਂਟਸ ਨੇ, ਸਪੋਜ਼ 38 ਸਟੂਡੈਂਟਸ ਨੇ। ਸੋ ਆਈ ਟੋਲਡ ਯੂ ਕਿ ਤੁਸੀਂ ਕਿਵੇਂ ਬ੍ਰੇਕ ਕਰ ਸਕਦੇ ਹੋ? ਸਿਰਫ 1 5 10 50 100 500 ਹੈ ਨਾ। ਸੋ ਹੁਣ ਤੁਸੀਂ 38 ਦੇਖੋ ਕਿਹਦੇ ਨਜ਼ਦੀਕ ਹੈ? 50। ਜਾਂ ਤਾਂ 50 ਦੇ ਵਿੱਚ ਲਿਖ ਸਕਦੇ ਹਾਂ, 50 'ਚ ਲਿਖਾਂਗੇ ਤਾਂ ਕਿਵੇਂ ਲਿਖਾਂਗੇ? 50 ਚੋਂ ਕਿੰਨੇ ਮਾਈਨਸ ਕਰਨੇ ਪੈਣਗੇ? 12, ਜਿਹੜੇ ਕਿ ਆਪਾਂ ਮਾਈਨਸ ਨਹੀਂ ਕਰ ਸਕਦੇ, 10 ਤੋਂ ਜ਼ਿਆਦਾ ਮਾਈਨਸ ਨਹੀਂ ਕਰ ਸਕਦੇ। ਠੀਕ ਹੈ? ਸੋ ਇਟ ਮੀਨਸ ਕਿ ਆਪਾਂ ਨੂੰ ਇਹਨੂੰ ਕਿਵੇਂ ਲਿਖਣਾ ਪਊਗਾ? ਐਡੀਸ਼ਨ 'ਚ ਲਿਖਣਾ ਪਊਗਾ, ਮਾਈਨਸ 'ਚ ਨਹੀਂ ਲਿਖ ਸਕਦੇ, ਪਲੱਸ 'ਚ ਲਿਖਣਾ ਪਏਗਾ। ਸੋ ਪਲੱਸ ਕਰਨ ਲਈ ਆਪਾਂ ਨੂੰ 10 ਨੂੰ ਪਲੱਸ ਕਰਨਾ ਪਏਗਾ ਕਿੰਨੇ ਵਾਰੀ? 10 + 10 20 + 10 30। 30 ਦੇ ਵਿੱਚ 8 ਤਾਂ ਪਲੱਸ ਕਰ ਨਹੀਂ ਸਕਦੇ ਆਪਾਂ, 8 ਨੂੰ ਬ੍ਰੇਕ ਕਰੋ ਕਿਉਂਕਿ 8 ਤਾਂ ਇਸ ਸਿਸਟਮ ਦੇ ਵਿੱਚ ਹੈ ਹੀ ਨਹੀਂ। ਸੋ 8 ਨੂੰ ਬ੍ਰੇਕ ਕਿਵੇਂ ਕਰਾਂਗੇ? +5 ਪਲੱਸ ਹੁਣ ਕਿੰਨੇ ਰਹਿ ਗਏ? 3। ਸੋ 3 ਆਪਾਂ ਫਿਰ ਨਹੀਂ ਪਲੱਸ ਕਰ ਸਕਦੇ, ਸੋ 1 ਨੂੰ ਕਿੰਨੇ ਟਾਈਮ ਪਲੱਸ ਕਰਾਂਗੇ? 3 ਟਾਈਮਸ। ਠੀਕ ਹੈ? ਸੋ ਇਹਨੂੰ ਲਿਖ ਦਿਓ ਹੁਣ। 10 ਦੇ ਲਈ ਸਿੰਬਲ ਕੀ ਹੈ? X। 10 ਦੇ ਲਈ ਸਿੰਬਲ ਕੀ ਹੈ? X। ਇਸ 10 ਦੇ ਲਈ ਸਿੰਬਲ ਕੀ ਹੈ? X। 5 ਦੇ ਲਈ ਸਿੰਬਲ ਕੀ ਹੈ? V। 1 ਦੇ ਲਈ ਸਿੰਬਲ ਕੀ ਹੈ? 3 ਟਾਈਮਸ I। ਕਲੀਅਰ ਹੈ ਬੇਟਾ? ਸੋ ਇਹ ਆਪਾਂ ਲਿਖਤਾ ਤੁਹਾਡੇ ਕਲਾਸ ਦੇ ਨੰਬਰ ਆਫ ਸਟੂਡੈਂਟਸ ਨੂੰ ਰੋਮਨ ਅੰਕ ਪ੍ਰਣਾਲੀ ਦੇ ਵਿੱਚ। ਠੀਕ ਹੈ ਬੇਟਾ? ਕਲੀਅਰ ਹੈ? ਓਕੇ। ਸੋ ਨਾਓ ਗੋ ਟੂ ਦਾ ਹੋਮ ਅਸਾਈਨਮੈਂਟ। ਤੁਹਾਡੇ ਕੋਲ ਕਿੰਨੇ ਬੰਟੇ ਜਾਂ ਖਿਡੌਣੇ ਹਨ? ਉੱਤਰ ਨੂੰ ਰੋਮਨ ਅੰਕ ਪ੍ਰਣਾਲੀ ਵਿੱਚ ਲਿਖੋ। ਸੋ ਹਾਊ ਮੈਨੀ ਮਾਰਬਲਸ ਔਰ ਟੋਇਜ਼ ਡੂ ਯੂ ਹੈਵ? ਸਪੋਜ਼ ਤੁਹਾਡੇ ਕੋਲ 21 ਟੋਇਜ਼ ਹੈਗੇ ਨੇ, ਤਾਂ ਤੁਸੀਂ ਉਹਨੂੰ ਕਾਹਦੇ 'ਚ ਲਿਖਣਾ ਹੈ? ਰੋਮਨ ਨੰਬਰ ਸਿਸਟਮ ਦੇ ਵਿੱਚ ਲਿਖਣਾ ਹੈ। ਸੋ ਆਪਣੇ ਕੋਲ ਨੰਬਰਸ ਹੁੰਦੇ ਆ 1 5 10 50। ਸੋ ਜਿਹੜਾ 21 ਹੈ ਉਹਨੂੰ ਆਪਾਂ 10 'ਚ ਬ੍ਰੇਕ ਕਰ ਸਕਦੇ ਹਾਂ। 10 + 10 ਕਿੰਨਾ ਹੋ ਗਿਆ? 20 + 1 21 ਹੋ ਗਿਆ। ਸੋ 10 ਦੇ ਲਈ ਸਿੰਬਲ ਕੀ ਹੈ ਆਪਣੇ ਕੋਲ? X। ਇਸ 10 ਦੇ ਲਈ ਸਿੰਬਲ ਕੀ ਹੈ? X। ਤੇ 1 ਦੇ ਲਈ ਸਿੰਬਲ ਕੀ ਹੈ? I। ਕਲੀਅਰ ਹੈ ਬੇਟਾ? ਸੋ ਨੈਕਸਟ ਨਾਓ ਗੋ ਟੂ ਦ ਨੈਕਸਟ ਐਕਟੀਵਿਟੀ। ਆਪਣੇ ਸਕੂਲ ਵਿੱਚ ਵਿਦਿਆਰਥੀਆਂ ਦੀ ਸੰਖਿਆ ਨੂੰ ਰੋਮਨ ਅੰਕ ਪ੍ਰਣਾਲੀ ਵਿੱਚ ਲਿਖੋ। ਸੋ ਸਪੋਜ਼ ਤੁਹਾਡੇ ਸਕੂਲ ਵਿੱਚ 579 ਸਟੂਡੈਂਟਸ ਨੇ। ਠੀਕ ਹੈ? ਸਪੋਜ਼ ਤੁਹਾਡੇ ਸਕੂਲ 'ਚ 579 ਸਟੂਡੈਂਟਸ ਨੇ, ਤਾਂ ਤੁਹਾਨੂੰ ਮੈਂ ਬ੍ਰੇਕ ਕਿੱਥੇ ਦੱਸਿਆ ਸਿਸਟਮ ਦੇ ਵਿੱਚ? 1 5
10, 50, 100, 500 ਐਂਡ 1000 ਹੈ ਨਾ। ਸੋ ਹੁਣ ਆਪਾਂ ਇਹਨੂੰ ਦੇਖੋ ਆਪਾਂ ਨੂੰ ਪਤਾ ਕਿ ਇਹ ਨੰਬਰ ਕਿਹਦੇ ਨੇੜੇ ਆ 500 ਦੇ ਨੇੜੇ ਆ। ਸੋ ਇੱਕ ਤਾਂ 500 ਆ ਜਾਏਗਾ। ਓਕੇ 500 ਦੇ ਵਿੱਚ ਕੀ ਪਲੱਸ ਕਰਨਾ ਪਏਗਾ ਆਪਾਂ ਨੂੰ। ਦੇਖੋ 600 ਚੋਂ ਤਾਂ ਆਪਾਂ ਇਹਨੂੰ ਮਾਈਨਸ ਕਰ ਨਹੀਂ ਸਕਦੇ ਸੀ ਕਿਉਂਕਿ ਜ਼ਿਆਦਾ ਨੰਬਰ ਮਾਈਨਸ ਕਰਨੇ ਪੈਣੇ ਸੀ। ਸੋ 500 ਦੇ ਵਿੱਚ ਆਪਾਂ ਨੂੰ ਕਿੰਨਾ ਪਲੱਸ ਕਰਨਾ ਪਏਗਾ 100 ਤਾਂ ਕਰ ਨਹੀਂ ਸਕਦੇ ਕਿਉਂਕਿ ਤਾਂ 600 ਹੋ ਜਾਊਗਾ। ਸੋ 50 500 ਦੇ ਵਿੱਚ ਇਹਨਾਂ ਨੰਬਰਸ ਚੋਂ ਹੀ ਤੁਸੀਂ ਪਲੱਸ ਮਾਈਨਸ ਕਰਨਾ ਹੁੰਦਾ ਠੀਕ ਹੈ। ਸੋ 500 ਪਲੱਸ 50 ਨੈਕਸਟ 50 ਤੋਂ ਅੱਗੇ 70 ਬਣਾਉਣ ਲਈ ਕਿੰਨਾ ਚਾਹੀਦਾ ਪਲੱਸ 20 20 ਆਪਾਂ ਨੂੰ ਅਲਾਊਡ ਨਹੀਂ ਬਟ ਦੋ ਵਾਰ ਕੀ ਲਿਖ ਸਕਦੇ ਹਾਂ 10 10 plus 10 then